ਖੇਤਾਂ ਨਾਲ ਲਹਿਲਾਂਦੇ ਮੈਦਾਨ ਵਿੱਚ ਇੱਕ ਨਿੱਕਾ ਜਿਹਾ ਪਿੰਡ ਘੁੱਗ ਵੱਸਦਾ ਸੀ। ਹਿੰਦੂ ਮੁਸਲਮਾਨ ਦੋਹਾਂ ਤਰ੍ਹਾਂ ਦੀ ਵਸੋਂ ਇਸ ਪਿੰਡ ਵਿੱਚ ਸੀ। ਪਿੰਡ ਥੀ ਕੁਝ ਦੂਰ ਇੱਕ ਸੰਘਣਾ ਬੰਨ ਅਰ ਵੱਡਾ ਸਾਰਾ ਛੰਭ ਸੀ, ਜਿਸ ਕਰਕੇ ਸ਼ਿਕਾਰ ਖੇਡਣ ਵਾਲੇ ਇੱਧਰ ਬਹੁਤ ਆਇਆ ਜਾਇਆ ਕਰਦੇ ਸਨ। ਪਿੰਡ ਦੇ ਚੜ੍ਹਦੇ ਪਾਸੇ ਨੂੰ ਇੱਕ ਸੜਕ ਸੀ। ਇਸ ਰੁੱਖ ਨੂੰ ਪਿੰਡ ਦੀ ਬਾਹਰਲੀ ਲਾਂਭ ਵੱਲ ਇੱਕ ਧਨਾਢ ਹਿੰਦੂ ਸ਼ਾਮਾ ਨਾਮ ਦਾ ਘਰ ਸੀ, ਜਿਸ ਦੀ ਧੀ ਦਾ ਮੁਕਲਾਵਾ ਹੋਣ ਵਾਲਾ ਸੀ। ਦੁਪਹਿਰ ਢਲ ਗਈ ਅਰ ਨਿੱਕੀ ਨਿੱਕੀ ਪੌਣ ਰੁਮਕਣ ਲੱਗ ਪਈ। ਸ਼ਾਮੇ ਦੇ ਘਰ ਮੁਕਲਾਵੇ ਦੀ ਤਿਆਰੀ ਵਿੱਚ ਏਡਾ ਧੂੰਆਂ ਤੇ ਹੁਮਸ ਹੋ ਰਿਹਾ ਸੀ ਕਿ ਅੰਦਰ ਖਲੋਣਾ ਔਖਾ ਹੋ ਗਿਆ। ਮੁਕਲਾਏ ਜਾਣ ਵਾਲੀ ਮੁਟਿਆਰ ਕੁੜੀ, ਜਿਸ ਦਾ ਨਾਂ ਸੁਰਸਤੀ ਸੀ ਅਰ ਬੜੀ ਸੁੰਦਰ ਸੀ, ਇਸ ਧੂੰਏਂ ਤੋਂ ਨੱਕ ਜਿੰਦ ਆ ਕੇ ਆਪਣੀਆਂ ਸਹੇਲੀਆਂ ਨਾਲ, ਜੋ ਘਰ ਦੇ ਪਿਛਵਾੜੇ ਸੜਕ ਦੇ ਨੇੜੇ ਪਈਆਂ ਖੇਡਦੀਆਂ, ਚਲੀ ਗਈ। ਇੱਥੇ ਤਾਂ ਕੁੜੀਆਂ ਦਾ ਤ੍ਰਿੰਜਣ ਲੱਗਾ ਹੋਇਆ ਸੀ। ਸਭੇ ਜਵਾਨ ਮੁਟਿਆਰਾਂ ਸਨ, ਕਈ ਵਿਆਹੀਆਂ, ਕਈ ਮੁਕਲਾਈਆਂ ਤੇ ਕਈ ਅਜੇ ਕੁਆਰੀਆਂ ਸਨ। ਸਭਨਾਂ ਦੇ ਚਿਹਰੇ ਕੋਝੇ ਕਹਿਣ ਜੋਗੇ ਨਹੀਂ ਸਨ, ਪਰ ਸੁਰਸਤੀ ਦੀ ਸੁੰਦਰਤਾ ਅੱਗੇ ਸਭੇ ਇਉਂ ਮਾਤ ਸਨ ਜਿਵੇਂ ਚੰਦ ਚੜੇ ਤਾਰੇ। ਹੱਸਦੀਆਂ ਖੇਡਦੀਆਂ ਕੁੜੀਆਂ ਇੱਕ ਅਚਰਜ ਤਮਾਸ਼ਾ ਹੋ ਰਹੀਆਂ ਸਨ, ਜੋ ਇੰਨੇ ਨੂੰ ਦੋ ਹੋਰ ਮੁਟਿਆਰ ਖੇਤਰਟੀਆਂ ਨਿਨਾਣ ਭਾਬੀ ਥੋੜ੍ਹਾ ਜਿਹਾ ਚੀਨਾ ਤੇ ਮੋਲਾ ਲੈ ਕੇ ਛੜਨ ਵਾਸਤੇ ਆ ਗਈਆਂ, ਕਿਉਂਕਿ ਕੋਲ ਵਾਰ ਹੀ ਇੱਕ ਪੱਕੀ ਔਖਲੀ ਬਣੀ ਹੋਈ ਸੀ, ਜਿੱਥੇ ਨੇੜੇ ਨੇੜੇ ਦੇ ਘਰਾਂ ਦੀਆਂ ਤ੍ਰੀਮਤਾਂ ਚੋਲ ਛੱਡਦੀਆਂ ਹੁੰਦੀਆਂ ਸਨ। ਪਹਿਲਾਂ ਤਾਂ ਕੁੜੀਆਂ ਨੇ ਉਹਨਾਂ ਨੂੰ ਡਾਢਾ ਢੱਠੇ ਵਿੱਚ ਉਡਾਇਆ, ਪਰ ਫੇਰ ਵਾਰੋ ਵਾਰੀ ਥੋੜ੍ਹੀਆਂ ਥੋੜ੍ਹੀਆਂ ਸੱਟਾਂ ਲਾ ਕੇ ਉਹਨਾਂ ਲਈ ਚੀਨਾ ਛੜਨ ਲੱਗੀਆਂ। ਜਦੋਂ ਸੁਰਸਤੀ ਦੀ ਵਾਰੀ ਆਈ ਤਾਂ ਸਾਰੀਆਂ ਰਲ ਕੇ ਇਹ ਗੀਤ ਗਾਣ ਲੱਗੀਆਂ: ਢਲ ਪਰਛਾਵੇਂ ਬੈਠੀਆਂ ਅਸੀਂ ਮਾਵਾਂ ਤੀਵੜੀਆਂ। ਸੁਰਸਤੀ ਦੇ ਮੋਲੇ ਦੀ ਸੱਟ ਇਸ ਗੀਤ ਦੇ ਤਾਲ ਨਾਲ ਆ ਕੇ ਲੱਗੇ, ਮਾਨੋ ਮੋਲਾ ਵੀ ਤਬਲੇ ਦੀ ਥਾਪ ਹੋ ਗਿਆ। ਇਸ ਗੀਤ ਵਿੱਚ ਸਭ ਐਸੀਆਂ ਮਸਤ ਹੋਈਆਂ, ਮਾਨੋ ਨਿਰਾ ਪੁਰਾ ਆਪਣਾ ਆਪ ਵੀ ਭੁੱਲ ਗਈਆਂ। ਜਦ ਗੀਤ ਮੁੱਕਾ ਤਾਂ ਖੋਟਿਆਂ ਕਰਮਾਂ ਨੂੰ ਕੀ ਦੇਖਦੀਆਂ ਹਨ ਕਿ ਇੱਕ ਬੁਰਸ਼ਾ ਕੜੀ ਵਰਗਾ ਜਵਾਨ ਮੁਗਲ ਘੋੜੇ ਉੱਤੇ ਸਵਾਰ ਤ੍ਰਿੰਜਣ ਦੇ ਕੋਲ ਖੜਾ ਘੂਰ ਰਿਹਾ ਹੈ, ਅਰ ਉਸਦੀ ਨਿਸ਼ਾਨੇ ਵਾਂਗ ਬੱਧੀ ਹੋਈ ਨਜ਼ਰ ਸੁਰਸਤੀ ਦੇ ਚਿਹਰੇ ਪਰ ਪੈ ਰਹੀ ਹੈ, ਜਿਸ ਨੂੰ ਵੇਖ ਕੇ ਸੁਸ਼ੀਲ ਕੰਨਿਆ ਮੁੜਕੇ ਨਾਲ ਪਾਣੀ ਪਾਣੀ ਹੋ ਗਈ, ਅਰ ਸਭਨਾਂ ਪੁਰ ਅਜਿਹਾ ਸਹਿਮ ਛਾਇਆ ਜੋ ਪੱਥਰ ਵਾਂਗ ਉੱਥੇ ਹੀ ਜੰਮ ਗਈਆਂ। ਹਿੰਦੂ ਮਾਪੇ ਧੀਆਂ ਨੂੰ ਇਸ ਹਨੇਰ ਦੇ ਸਮੇਂ ਘਰੋਂ ਬਾਹਰ ਬਹੁਤ ਘੱਟ ਨਿਕਲਣ ਦਿੰਦੇ ਹੁੰਦੇ ਸਨ, ਅਰ ਧੀਆਂ ਨੂੰਹਾਂ ਨੂੰ ਨਜ਼ਰਬੰਦ ਕੈਦੀਆਂ ਵਾਂਗ ਲੁਕਾ ਲੁਕਾ ਰੱਖਦੇ ਸਨ, ਕਿਉਂਕਿ ਸੋਹਣੀ ਇਸਤਰੀ, ਸੋਹਣਾ ਘਰ, ਧਨ ਤੇ ਮਾਲ ਹਿੰਦੂ ਪਾਸ ਔਖਾ ਹੀ ਰਹਿਣਾ ਮਿਲਦਾ ਸੀ। ਕਾਰਨ ਇਹ ਸੀ ਕਿ ਦਿੱਲੀ ਦੇ ਪਾਤਸ਼ਾਹ ਦਾ ਤਪ ਤੇਜ ਘਟ ਚੁੱਕਾ ਸੀ। ਨਵਾਬੀਆਂ ਖੇਚਲਾਂ ਵਿੱਚ ਰਹਿੰਦੀਆਂ ਸਨ। ਦੇਸ਼ ਵਿੱਚ ਆਪੋ ਧਾਪੀ ਛੇਤੀ ਮਚਦੀ ਸੀ ਤੇ ਛੋਟੇ ਹਾਕਮ ਮਨ ਮਰਜ਼ੀਆਂ ਕਰਦੇ ਸਨ। ਮੁਗਲ ਦੀ ਅਜਿਹੀ ਨਜ਼ਰ ਵੇਖ ਕੇ ਕੁੜੀਆਂ ਡਰ ਗਈਆਂ ਕਿ ਖਬਰੇ ਇਹ ਕੀ ਕਹੇਗਾ। ਪਰ ਕੁੜੀਆਂ ਦੀ ਇਹ ਸੋਚ ਥੋੜ੍ਹੇ ਚਿਰ ਵਿੱਚ ਹੀ ਮੁੱਕ ਗਈ, ਜਦ ਉਸ ਨੇ 2 ਕਦਮ ਅੱਗੇ ਹੋ ਕੇ ਧਰਮੀ ਕੰਨਿਆ ਸੁਰਸਤੀ ਦੀ ਨਰਮ ਵੀਣੀ ਸ਼ੇਰ ਦੇ ਜੱਫੇ ਵਾਂਗ ਕਾਬੂ ਕਰ ਲਈ, ਅਰ ਇੱਕ ਹਜੂਕੇ ਨਾਲ ਘੋੜੇ ਉੱਤੇ ਆਪਣੇ ਅੱਗੇ ਸੁੱਟ ਕੇ ਅੱਡੀ ਲਾ ਕੇ ਉਹ ਗਿਆ। ਸੁਰਸਤੀ ਦੀਆਂ ਚੀਕਾਂ ਤੇ ਕੁੜੀਆਂ ਦੀ ਹਾਲ ਪਹਾਰਿਆਂ ਨੇ ਸਾਰਾ ਪਿੰਡ ਇਕੱਠਾ ਕਰ ਦਿੱਤਾ। ਹੱਕੇ ਬੱਕੇ ਹੋ ਸਭ ਕਾਰਨ ਪੁੱਛਣ ਲੱਗੇ। ਕੁੜੀਆਂ ਤੋਂ ਸਮਾਚਾਰ ਸਮਝ ਸੁਣ ਕੇ ਅਰ ਆਪਣੀਆਂ ਅੱਖਾਂ ਦੇ ਸਾਹਮਣੇ ਉਪਦਰਵ ਨੂੰ ਵੇਖ ਕੇ ਸਭ ਜਾਣੇ ਅਚੰਭਾ ਹੋ ਮੂੰਹ ਵਿੱਚ ਉਂਗਲਾਂ ਟੁਕ ਰਹੇ ਸਨ। ਪਰ ਹਾਏ ਧਰਮ ਦੀ ਹਾਨੀ, ਏਡੀ ਭੀੜ ਵਿੱਚ ਕਿਸੇ ਦਾ ਹਿੱਆ ਨਹੀਂ ਪੈਂਦਾ ਜੋ ਹਿੰਮਤ ਕਰੇ ਜਾਨ ਹੁੱਲੇ ਤੇ ਮਗਰ ਜਾ ਕੇ ਛੁਡਾਵੇ। ਜਦ ਮੁਗਲ ਅੱਖਾਂ ਤੋਂ ਓਹਲੇ ਹੋ ਗਿਆ ਤਾਂ ਸਿਆਣਿਆਂ ਨੇ ਬੈਠ ਕੇ ਸਲਾਹ ਕੀਤੀ ਕਿ ਕੁੜੀ ਦਾ ਪਿਓ, ਭਰਾ ਤੇ ਘਰਵਾਲਾ ਅਰ 2 ਪੈਂਚ ਇਸ ਮੁਗਲ ਪਾਸ ਜਾ ਕੇ ਮਿੰਨਤਾਂ ਕਰਨ, ਭਲਾ ਜੇ ਉਸ ਦਾ ਮਨ ਤਰਸ ਪੈ ਜਾਵੇ। ਪਿੰਡ ਤੋਂ ਮੀਲ ਕੁ ਦੀ ਵਾਟ ਪੁਰ ਇਸ ਦੇ ਤੰਬੂ ਲੱਗੇ ਹੋਏ ਸਨ। ਇਸ ਇਲਾਕੇ ਦਾ ਹਾਕਮ ਸੀ ਅਰ ਇੱਥੇ ਇਹ ਸ਼ਿਕਾਰ ਖੇਡਣ ਆਇਆ ਹੋਇਆ ਸੀ।
ਨੌਕਰ ਚਾਕਰ ਨਾਲ ਬਹੁਤ ਥੋੜ੍ਹੇ ਆਉਂਦੇ ਸਨ। ਅੱਜ ਸ਼ਿਕਾਰ ਖੇਡਣ ਚੜ੍ਹਿਆ ਤਾਂ ਪਿੱਛੇ ਡੇਰੇ ਵਿੱਚ ਕੋਈ ਸਿਪਾਹੀ ਨਾ ਛੱਡਿਆ, ਸਭ ਨੂੰ ਨਾਲ ਲੈ ਆਇਆ। ਸ਼ਿਕਾਰ ਖੇਡਦੇ ਹੋਏ ਨੇ ਇੱਕ ਹਰਨ ਦੇ ਮਗਰ ਘੋੜਾ ਸੁੱਟਿਆ ਤਾਂ ਨੌਕਰਾਂ ਤੋਂ ਵਿਛੜ ਕੇ ਦੂਰ ਨਿਕਲ ਗਿਆ। ਹਰਨ ਤਾਂ ਨਾ ਲੱਭਾ, ਪਰ ਪਿੰਡ ਵੇਖ ਕੇ ਪਾਣੀ ਪੀਣ ਲਈ ਇੱਧਰ ਆਏ ਨੂੰ ਕੰਨਿਆ ਦਾ ਸ਼ਿਕਾਰ ਹੱਥ ਲੱਗ ਗਿਆ। ਸੋ ਲੈ ਕੇ ਜਦ ਇਹ ਆਪਣੇ ਡੇਰੇ ਅੱਪੜਿਆ ਤਾਂ ਕੋਈ ਨੌਕਰ ਹਾਜ਼ਰ ਨਹੀਂ ਸੀ। ਇਸ ਲਈ ਇਸ ਕੁੜੀ ਨੂੰ ਇੱਕ ਦਰੀ ਪਰ ਬਿਠਾ ਕੇ ਘੋੜਾ ਬੰਨਣ ਤੇ ਪਾਣੀ ਆਦਿਕ ਪੀਣ ਦੇ ਕੰਮ ਵਿੱਚ ਲੱਗ ਗਿਆ, ਜੋ ਡੇਰੇ ਵਿੱਚ ਲਗਭਗ ਮੁੱਕਾ ਹੋਇਆ ਪਿਆ ਸੀ। ਜਦ ਵੇਲਾ ਹੋ ਕੇ ਫੇਰ ਸੁਰਸਤੀ ਵੱਲ ਆਇਆ ਤਾਂ ਇੰਨੇ ਚਿਰ ਵਿੱਚ ਪਿੰਡ ਦੇ ਲੋਕ ਵੀ ਅੱਪੜ ਪਏ ਸਨ। ਸੁਰਸਤੀ ਇੱਕ ਦਰੀ ਪਰ ਬੈਠੀ ਰੋ ਰਹੀ ਸੀ, ਪਰ ਆਪ ਸਾਹਿਬ ਇੱਕ ਪਲੰਘ ਪਰ ਬੈਠੇ ਸਨ। ਉਸ ਵੇਲੇ 5 ਜਣਿਆਂ ਮੱਥਾ ਟੇਕਿਆ ਅਰ ਬੇਨਤੀ ਕੀਤੀ ਕਿ ਇਸ ਕੰਨਿਆ ਨੂੰ ਛੱਡ ਦੇਵੋ। ਹਾਕਮ ਨੇ ਉੱਤਰ ਦਿੱਤਾ ਕਿ ਤੁਸੀਂ ਨਹੀਂ ਜਾਣਦੇ ਕਿ ਮੈਂ ਇਸ ਥਾਂ ਦਾ ਹਾਕਮ ਹਾਂ। ਕੀ ਹੋਇਆ ਜੇ ਡਾਰ ਵਿੱਚੋਂ ਇੱਕ ਮੈਂ ਲੈ ਆਂਦੀ ਤਾਂ ਤੁਹਾਡੀ ਡਾਰ ਵਿੱਚ ਕੁਝ ਘਾਟਾ ਤਾਂ ਨਹੀਂ ਪੈ ਚੱਲਿਆ। ਸ਼ਾਮੇ ਨੇ ਹੱਥ ਜੋੜ ਕੇ ਕਿਹਾ, ਇਹ ਮੇਰੀ ਸੁੱਖੇ ਲੱਦੀ ਧੀ ਹੈ ਅਰ ਵਿਆਹੀ ਹੋਈ ਹੈ। ਅੱਜ ਮੁਕਲਾਵਾ ਹੈ, ਆਪ ਕਿਰਪਾ ਕਰੋ, ਨਹੀਂ ਤਾਂ ਮੇਰਾ ਨੱਕ ਵੱਢਿਆ ਜਾਵੇਗਾ। ਤੁਸੀਂ ਦਇਆ ਕਰੋ, ਹਾਕਮ ਪ੍ਰਜਾ ਦੇ ਮਾਈ ਬਾਪ ਹੁੰਦੇ ਹਨ। ਹਾਕਮ ਜਾਓ ਜਾਓ, ਨਹੀਂ ਦਿਆਂਗਾ। ਸ਼ਾਮਾ ਮਹਾਰਾਜ, ਆਪ ਦੇ ਕੀ ਪ੍ਰਵਾਹ ਹੈ। ਆਪ ਚਾਹੋ ਤਾਂ ਚੱਟੀ ਵਜੋਂ ਇਸ ਨਾਲ ਸਾਂਝੀ ਤੋਲ ਕੇ ਚਾਂਦੀ ਲੈ ਲਵੋ, ਪਰ ਇਸ ਦੀ ਜਾਨ ਬਖਸ਼ੀ ਕਰੋ। ਪਰ ਨਵਾਬ ਨੇ ਸੜੇ ਹੋਏ ਹਾਸੇ ਵਿੱਚ ਕਿਹਾ, ਜਾਓ ਜਾਓ। ਇਸ ਪਰ ਕੁੜੀ ਦੇ ਭਰਾਓ ਨੇ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਿਹਾ, ਮਹਾਰਾਜ, ਆਪ ਨੂੰ ਕੀ ਪ੍ਰਵਾਹ ਹੈ। ਆਪ ਪਾਸ ਹਜ਼ਾਰਾਂ ਤੀਵੀਆਂ ਹਨ, ਇਸ ਅਨਾਥਪੁਰ ਦਿਆ ਕਰੋ। ਔਰ ਜੇ ਆਪ ਚਾਹੋ ਤਾਂ ਆਪ ਦੀ ਸੇਵਾ ਵਿੱਚ ਸੋਨਾ ਇਸ ਦੇ ਬਦਲੇ ਹਾਜ਼ਰ ਕਰਦਾ ਹਾਂ। ਆਖੋ ਤਾਂ ਕਨੀਜ਼ਾਂ ਮੁੱਲ ਲੈ ਦਿੰਦਾ ਹਾਂ। ਆਪ ਵੱਡੇ ਉਦਾਰ ਹੋ, ਇਹ ਦਾਨ ਕਰੋ। ਅਰ ਪੱਥਰ ਦਿਲ ਨੇ ਸਿਰ ਹੀ ਫੇਰ ਛੱਡਿਆ। ਫਿਰ ਕੰਨਿਆ ਦੇ ਘਰ ਵਾਲੇ, ਜਿਸ ਨਾਲ ਉਸ ਦਾ ਮੁਕਲਾਵਾ ਹੋਣਾ ਸੀ, ਪੈਰੀ ਪੈ ਕੇ ਕਿਹਾ ਕਿ ਮੈਂ ਆਪ ਦੀ ਪ੍ਰਜਾ ਹਾਂ। ਪ੍ਰਜਾ ਦੀ ਲਾਜ ਰਾਜੇ ਨੂੰ ਹੁੰਦੀ ਹੈ। ਮੈਂ ਕਿਤੇ ਮੂੰਹ ਦੇਣ ਜੋਗਾ ਨਹੀਂ ਰਹਾਂਗਾ। ਆਪ ਮਿਹਰ ਕਰੋ, ਮੇਰੇ ਪਾਸ ਜੋ ਕੁਛ ਧਨ ਮਾਲ ਹੈ ਨਜ਼ਰ ਵਜੋਂ ਕਬੂਲ ਲਓ ਤੇ ਮੇਰੀ ਇਸਤਰੀ ਮੈਨੂੰ ਇਸ ਵੇਲੇ ਮੋੜ ਦਿਓ। ਆਪ ਮੇਰੀ ਲਾਜ ਸ਼ਰਮ ਰੱਖ ਲਓ। ਨਵਾਬ, ਅੱਛਾ, ਬੜੇ ਅਮੀਰ ਹੋ ਸਾਰੇ ਹੀ ਹੈ। ਜਾਓ ਜਾਓ, ਇਸ ਸੋਨੇ ਦੀ ਚਿੜੀ ਨੂੰ ਨਹੀਂ ਛੋੜਾਂਗਾ। ਸੋਨਾ ਚਾਂਦੀ ਹੀਰੇ ਮੋਤੀ ਮੈਨੂੰ ਕੁਛ ਲਾਲਚ ਨਹੀਂ। ਜਾਓ, ਚਲੇ ਜਾਓ, ਨਹੀਂ ਤਾਂ ਕੈਦ ਕਰ ਦਿਆਂਗਾ। ਇਹ ਸੁਣ ਕੇ ਕੁੜੀ ਦਾ ਘਰ ਵਾਲਾ ਤਾਂ ਡਰਿਆ ਕਿ ਮੈਂ ਆਪਣੇ ਆਪ ਨੂੰ ਇਹਦੇ ਅੱਗੇ ਧਨੀ ਪ੍ਰਗਟ ਕਰ ਬੈਠਾ ਹਾਂ। ਮਤੇ ਇਹ ਨਾ ਹੋਵੇ ਕਿ ਮੇਰਾ ਘਰ ਬਾਰ ਲੁੱਟ ਲੈਂਦਾ ਹੋਵੇ। ਇੱਥੋਂ ਖਿਸਕਣਾ ਹੀ ਠੀਕ ਹੈ। ਇਹ ਵਿਚਾਰ ਕੇ ਉਹ ਖਿਸਕਿਆ ਅਰ ਸਹੁਰੇ ਪਿੰਡ ਅੱਪੜ ਕੇ ਸਾਥੀਆਂ ਸਣੇ ਘਰਾਂ ਨੂੰ ਤੁਰ ਗਿਆ। ਪਿੰਡ ਦਿਆਂ ਪੈਂਚਾਂ ਨੇ ਮਿੰਨਤਾਂ ਤਰਲੇ ਨੂੰ ਵੀ ਜਦ ਹਾਕਮ ਨੇ ਨਾ ਮੰਨਿਆ ਤਾਂ ਕੁੜੀ ਦਾ ਭਰਾ ਬੇਹੋਸ਼ ਹੋ ਕੇ ਡਿੱਗ ਪਿਆ। ਬੁੱਢਾ ਪਿਓ ਸਿਰਹਾਣੇ ਬੈਠਾ ਰੋਣ ਲੱਗਾ। ਇਹ ਹਾਲ ਵੇਖ ਕੇ ਸੁਰਸਤੀ ਦੇ ਦਿਲ ਵਿੱਚ ਖਬਰੇ ਕੀ ਆਇਆ ਕਿ ਅਥਰੂ ਸੁੱਕ ਗਏ ਅਰ ਦਿਲ ਵਿੱਚ ਹੌਸਲਾ ਭਰ ਗਿਆ। ਘੁੰਡ ਚੁੱਕ ਦਿੱਤਾ। ਉੱਠ ਕੇ ਭਰਾ ਦੇ ਸਿਰਹਾਣੇ ਆ ਕੇ ਉਸ ਦੇ ਕੰਨਾਂ ਵਿੱਚ ਕਹਿਣ ਲੱਗੀ, ਉੱਠ ਵੇ ਉੱਠ, ਮੇਰੀ ਮਾਂ ਦਿਆ ਜਾਇਆ, ਉੱਠ, ਘਰ ਨੂੰ ਜਾ। ਮੁਗਲਾਂ ਦਾ ਪਾਣੀ ਮੈਂ ਨਹੀਂ ਪੀਆਂ ਵੀਰਾ, ਮਰਾਂਗੀ ਅੱਗ ਜਲਾ। ਜਦ ਪਿਓ ਭਰਾ ਨੂੰ ਪ੍ਰਤੀਤ ਹੋ ਗਈ ਕਿ ਮੁਗਲ ਕਿਸੇ ਤਰ੍ਹਾਂ ਨਹੀਂ ਛੱਡਦਾ ਤੇ ਇਹ ਪੁੱਤਰੀ ਧਰਮਸ਼ੀਨ ਪੀ ਨਹੀਂ ਰਹੇਗੀ, ਤਦ ਸਾਰੇ ਉੱਠ ਕੇ ਟੁੱਟੇ ਲੱਕ ਤੇ ਭੱਜੇ ਦਿਲ ਘਰ ਨੂੰ ਆ ਗਏ। ਹਾਏ ਉਹ ਸੁੰਦਰ ਘਰ ਜੋ ਕੁਝ ਚਿਰ ਹੋਇਆ ਚਾਉ ਮਲਾਰਾਂ ਦੀ ਥਾਂ ਹੋ ਰਿਹਾ ਸੀ, ਹੁਣ ਸਿਆਪੇ ਦਾ ਥਾਂ ਹੋ ਗਿਆ। ਸਾਰੇ ਸਾਕ ਅੰਗ ਪਰਚੌਣੀ ਕਰਨ
ਆ ਜੁੜੇ ਅਰ ਤੀਵੀਆਂ ਦੇ ਰੋਣ ਪਿੱਟਣ ਨਾਲ ਡਾਢੀ ਹਾਹਾਕਾਰ ਮਚ ਗਈ ਕਿ ਹਿੰਦੂ ਕੀ ਮੁਸਲਮਾਨ ਉਂਗਲਾਂ ਟੁਕ ਟੁਕ ਰਹਿ ਗਏ। ਹਾਏ ਹਨੇਰ ਇਹ ਅਨਰਥ। ਗੱਲ ਕੀ ਇਹੋ ਜਿਹੇ ਦੁੱਖ ਰੋਏ ਜਾ ਰਹੇ ਸਨ ਕਿ ਅਚਾਨਕ ਇੱਕ ਸਬਜ਼ੇ ਘੋੜੇ ਪਰ ਇੱਕ ਅਸਵਾਰ ਸਿਰਾਂ ਤੋਂ ਪੈਰਾਂ ਤੀਕ ਸ਼ਸਤਰਧਾਰੀ ਤੇੜ ਗੋਡਿਆਂ ਵਾਲਾ ਕਸ਼ਹਿਰਾ ਗਲ ਕੁੜਤਾ ਤੇ ਪਟਕੇ ਨਾਲ ਲੱਕ ਕੱਸਿਆ ਹੋਇਆ, ਸਿਰ ਪੁਰ ਸੁਰਮਈ ਦਸਤਾਰਾ, ਚਿਹਰੇ ਦਾ ਭਰਵਾ ਸਿੰਘ ਬਹਾਦਰ ਜਿਸ ਨੂੰ ਦੇਖ ਕੇ ਸਿੱਖ ਭੁੱਖ ਲੈ ਜਾਵੇ ਆ ਨਿਕਲਿਆ। ਸਭਨਾਂ ਦੀ ਨਜ਼ਰਾਂ ਉਧਰ ਉੱਠ ਗਈਆਂ। ਹੋਰ ਤਾਂ ਕੋਈ ਨਾ ਪਛਾਣ ਸਕਿਆ, ਪਰ ਸੁਰਸਤੀ ਦੇ ਮਾਂ ਨੇ ਜੋ ਤੀਵੀਆਂ ਵਿੱਚ ਬੈਠੀ ਸੀ ਤੁਰਤ ਪਛਾਣ ਲਿਆ ਕਿ ਇਹ ਮੇਰਾ ਉਹ ਪੁੱਤਰ ਹੈ ਜੋ ਸਿੱਖਾਂ ਦੀ ਸੰਗਤ ਕਰਕੇ ਵਿਗੜ ਗਿਆ ਸੀ ਅਰ ਸਿੱਖ ਬਣ ਕੇ ਜਿਉਂ ਘਰੋਂ ਨਿਕਲਿਆ, ਫਿਰ ਅੱਜ ਤੀਕ ਇਸ ਦੀ ਕੁਝ ਉਗ ਮੋਹਰ ਨਹੀਂ ਨਿਕਲੀ। ਪੁੱਤਰ ਨੂੰ ਦੇਖ ਕੇ ਮਾਂ ਦੀਆਂ ਆਂਦਰਾਂ ਨੂੰ ਮੋਹ ਫਿਰ ਪਿਆ ਅਰ ਉੱਠ ਕੇ ਪੁੱਤਰ ਦੇ ਗਲ ਆ ਲੱਗੀ ਜੋ ਘੋੜੇ ਤੋਂ ਹੁਣ ਉਤਰ ਕੇ ਖਲੋਤਾ ਸੀ। ਇਹ ਵੇਖ ਕੇ ਪਿਓ ਭਰਾ ਨੇ ਵੀ ਪਛਾਣਿਆ ਅਰ ਮਿਲਣ ਦੌੜੇ, ਪਰ ਅਫਸੋਸ ਇੰਨੇ ਚਿਰ ਦੇ ਵਿਛੋੜੇ ਪਿੱਛੋਂ ਪਿਆਰ ਤੇ ਦਰਦ ਦੀਆਂ ਗੱਲਾਂ ਦੀ ਥਾਂ ਪਹਿਲੇ ਦੁਖਿਆਰੀ ਸੁਰਸਤੀ ਦੀ ਕਹਾਣੀ ਸਿੰਘ ਬਹਾਦਰ ਨੂੰ ਸੁਣਾਈ ਗਈ। ਇਹ ਖਬਰ ਸਿੰਘ ਦੇ ਕੰਨਾਂ ਵਿੱਚ ਅਜਿਹੀ ਪਈ ਕਿ ਸਾਰਾ ਲਹੂ ਚਿਹਰੇ ਨੂੰ ਚੜ ਆਇਆ ਅਰ ਸੂਈਆਂ ਅੱਖਾਂ ਕਰਕੇ ਦੰਦੀਆਂ ਕਰੀਚਣ ਲੱਗ ਪਿਆ। ਧਰਮ ਦੇ ਦੋਸ਼ ਨੇ ਅੰਗ ਹਿਲਾ ਦਿੱਤਾ, ਪਰ ਪਤਾ ਪੁੱਛਿਆ ਸੋ ਕਿ ਮੁਗਲ ਦਾ ਡੇਰਾ ਕਿੱਥੇ ਕੋ ਹੈ। ਪਤਾ ਸੁਣ ਕੇ ਝੱਟ ਘੋੜੇ ਤੇ ਪਲਾਕੀ ਮਾਰ ਹੋ ਗਿਆ। ਮਾਂ ਪਿਓ ਭਾਵੇਂ ਬਥੇਰੇ ਵਾਸਤੇ ਪਾ ਰਹੇ ਕਿ ਨਾ ਜਾ, ਐਵੇਂ ਜਾਨ ਗਵਾ ਆਵੇਗਾ, ਕਿਉਂਕਿ ਤਦੋਂ ਹਾਕਮ ਸਿੱਖਾਂ ਨੂੰ ਦੇਖ ਨਹੀਂ ਸਿਖਾਉਂਦੇ ਸਨ। ਪਰ ਬਲਵੰਤ ਸਿੰਘ ਨੇ ਇੱਕ ਨਾ ਸੁਣੀ। ਪਲੋ ਪਲੀ ਵਿੱਚ ਤੰਬੂਆਂ ਲਾਗੇ ਜਾ ਪਹੁੰਚਾ। ਕੀ ਦੇਖਦਾ ਹੈ ਕਿ ਲੱਕੜਾਂ ਦਾ ਢੇਰ ਹੈ ਜਿਸ ਦੇ ਇੱਕ ਪਾਸੇ ਅੱਗ ਸੁਲਗ ਰਹੀ ਹੈ, ਜਾਪਦੀ ਹੈ ਅਰ ਉੱਤੋਂ ਜਪਜੀ ਸਾਹਿਬ ਦੀਆਂ ਪੌੜੀਆਂ ਦੇ ਪਾਠ ਦੀ ਆਵਾਜ਼ ਆਉਂਦੀ ਹੈ ਕਿ ਛਿੰਨ ਵਿੱਚ ਸਿੰਘ ਜੀ ਅੱਪੜੇ ਅਰ ਘੋੜੇ ਤੋਂ ਛਾਲ ਮਾਰ ਕੇ ਲੱਕੜਾਂ ਦੇ ਢੇਰ ਉੱਪਰੋਂ ਭੈਣ ਨੂੰ ਚੁੱਕ ਲਿਆ। ਸੁਰਸਤੀ ਆਪਣੀ ਜਾਨ ਤੋਂ ਪਿਆਰੇ ਭਰਾ ਨੂੰ ਦੇਖ ਕੇ ਬਾਗ ਹੋ ਗਈ ਅਰ ਬੋਲੀ, ਮੇਰੇ ਪਿਆਰੇ ਵੀਰ, ਮੈਨੂੰ ਮਰਨ ਵੇਲੇ ਕਿਸੇ ਗੱਲ ਦੀ ਚਾਹ ਨਹੀਂ ਉਪਜੀ ਬਿਨਾਂ ਤੇਰੇ ਮਿਲਣ ਦੇ, ਸੋ ਗੁਰੂ ਨੇ ਪੂਰੀ ਕੀਤੀ। ਅੰਤ ਵੇਲੇ ਤੂੰ ਆ ਕੇ ਮਿਲਿਆ ਹੈ, ਸ਼ੁਕਰ ਹੈ। ਲੈ ਹੁਣ ਜਿੱਧਰੋਂ ਆਇਆ ਹੈ ਚਲਾ ਜਾ, ਕਿਉਂਕਿ ਉਹ ਮੁਗਲ ਹੁਣੇ ਹੀ ਆ ਜਾਣ ਵਾਲਾ ਹੈ ਅਰ ਮੈਂ ਉਸ ਦੇ ਆਉਣ ਤੋਂ ਅੱਗੇ ਹੀ ਮਰ ਜਾਣਾ ਚਾਹੁੰਦੀ ਹਾਂ। ਭਰਾ, ਪਿਆਰੀ ਭੈਣ, ਆਤਮਾ ਦਾ ਘਾਤ ਕਰਨਾ ਵੱਡਾ ਪਾਪ ਹੈ। ਚੱਲ ਮੇਰੇ ਨਾਲ। ਭੈਣ, ਨਹੀਂ ਵੀਰ ਜੀ, ਧਰਮ ਲਈ ਮਰਨਾ ਬੁਰਾ ਨਹੀਂ ਹੈ, ਅਰ ਜੇ ਮੈਂ ਤੁਹਾਡੇ ਨਾਲ ਚਲੀ ਜਾਵਾਂ ਤਾਂ ਇਹ ਪਾਪੀ ਸਾਡਾ ਸਾਰਾ ਘਰ ਉਜਾੜ ਦੇਵੇਗਾ ਅਰ ਤੈਨੂੰ ਵੀ ਨਹੀਂ ਛੱਡੇਗਾ। ਮੈਂ ਮਰਨ ਤੋਂ ਰਤਾ ਨਹੀਂ ਡਰਦੀ। ਗੁਰੂ ਤੇਗ ਬਹਾਦਰ ਜੀ ਮੇਰੇ ਅੰਗ ਸੰਗ ਹਨ, ਜਾਂ ਮੇਰੇ ਪਿੱਛੇ ਬਹੁਤਿਆਂ ਦੀ ਜਾਨ ਬਚਣ ਦੇ। ਬਲਵੰਤ ਸਿੰਘ ਨੂੰ ਦੂਰੋਂ ਕੁਝ ਖੜਾਕ ਜਿਹਾ ਮਾਲੂਮ ਹੋਇਆ ਤਾਂ ਭੈਣ ਦੀ ਗੱਲ ਵਿੱਚੇ ਛੱਡ ਬਾਹੋਂ ਧਰੀਕ ਉਸ ਨੂੰ ਘੋੜੇ ਤੇ ਸੁੱਟ ਹਵਾ ਹੋ ਗਿਆ। ਜਾਂ ਘਰ ਆਇਆ ਤਾਂ ਪਿਓ ਭਰਾ ਅੱਗੋਂ ਖਾਣ ਨੂੰ ਪਏ, ਪਾਪੀਆਂ ਇਹ ਕੀ ਕਰ ਆਇਓ, ਭਲਾ ਹੁਣ ਤੁਰਕ ਸਾਨੂੰ ਛੱਡੇਗਾ। ਜਿਸ ਵੇਲੇ ਉਸਨੂੰ ਇਹ ਪਤਾ ਲੱਗਾ ਕਿ ਇਹ ਸਾਡਾ ਪੁੱਤਰ ਸਿੱਖ ਹੈ ਤਾਂ ਉਂਝ ਘਾਣ ਬੱਚਾ ਪੀੜਿਆ ਜਾਊ ਤੇ ਉੱਪਰੋਂ ਤੂੰ ਕੁੜੀ ਉਸ ਤੋਂ ਖੋਹ ਲਿਆਇਆ ਹੈ, ਉਹ ਤਾਂ ਭੁੱਖੇ ਸ਼ੇਰ ਵਾਂਗ ਆ ਪਏਗਾ। ਭਲਾ ਮਾਨਸ ਬਣ, ਜਿੱਧਰੋਂ ਆਇਆ ਹੈ ਉਧਰ ਜਾ ਤੇ ਕੁੜੀ ਉਸ ਨੂੰ ਦੇ ਆ। ਮਾਪਿਆਂ ਥਾਂ ਇਹ ਨਿਰਾਦਰ ਦੇ ਵਚਨ ਸੁਣ ਕੇ ਸਿੰਘ ਜਰ ਨਾ ਸਕਿਆ। ਉਸ ਵੇਲੇ ਘੋੜੇ ਨੂੰ ਅੱਡੀ ਲਾ ਕੇ ਭੈਣ ਸਮੇਤ ਹਵਾ ਹੋ ਗਿਆ ਅਰ ਕੋਈ 1 ਘੰਟਾ ਕੁ ਮਗਰਾ ਇੱਕ ਖੁੱਲੇ ਮੈਦਾਨ ਵਿੱਚ ਅੱਪੜਿਆ, ਜਿੱਥੇ ਕਈ ਲੋਥਾਂ ਦੇ ਢੇਰ ਲੱਗੇ ਹੋਏ ਸਨ ਅਰ ਲਹੂ ਨਾਲ ਧਰਤੀ ਸੂਹੀ ਹੋ ਰਹੀ ਸੀ। ਇਹ ਦੇਖ ਕੇ ਸਿੰਘ ਹੱਕਾ ਬੱਕਾ ਰਹਿ ਗਿਆ ਕਿ ਪਲ ਦੀ ਪਲ ਵਿੱਚ ਕੀ ਹੋ ਗਿਆ। ਸੋਚੋ ਕਿ ਇਸ ਤੋਂ
किस तो समाचार पुछां कि किधर गए। ਇਹ ਸੋਚ ਕੇ ਘੋੜੇ ਤੋਂ ਉਤਰ ਲੋਥਾਂ ਨੂੰ ਵੇਖਣ ਲੱਗਾ। ਕੁਝ ਚਿਰ ਦੇ ਮਗਰੋਂ ਇੱਕ ਲੋਥ ਸਿਸਕਦੀ ਦਿਸੀ। ਉਸ ਨੂੰ ਚੁੱਕ ਕੇ ਡਿੱਠਾ ਤਾਂ ਘਾਓ ਕੁਝ ਕਰੜੇ ਨਹੀਂ ਸਨ। ਇੱਕ ਦਸਤਾਰ ਪਾੜ ਕੇ ਭੈਣ ਭਰਾ ਨੇ ਉਸ ਦੇ ਘਾਓ ਬੱਧੇ ਅਰ ਨੇੜੇ ਦੇ ਛੰਭ ਵਿੱਚੋਂ ਪਾਣੀ ਲਿਆ ਕੇ ਮੂੰਹ ਵਿੱਚ ਚੋਇਆ ਤਾਂ ਉਸ ਨੇ ਅੱਖਾਂ ਖੋਲੀਆਂ ਅਰ ਹੌਲੀ ਜੀ ਬੋਲਿਆ, ਭਰਾ ਬਲਵੰਤ ਸਿੰਘ, ਸ਼ੁਕਰ ਹੈ ਤੂੰ ਅੰਤ ਵੇਲੇ ਆ ਮਿਲਿਆ। ਬਲਵੰਤ ਸਿੰਘ, ਸ਼ੇਰ ਸਿੰਘਾ, ਇਹ ਕੀ ਹੋਇਆ? ਪਲੋ ਪਲੀ ਵਿੱਚ ਕੀ ਭੜਥੂ ਮੱਚ ਕੇ ਹੇਠਲੀ ਉੱਤੇ ਹੋ ਗਈ। ਸ਼ੇਰ ਸਿੰਘ, ਭਰਾ ਜਿਸ ਵੇਲੇ ਤੂੰ ਘਰ ਗਿਆ ਅਸੀਂ ਅਜੇ ਡੇਰੇ ਹੀ ਕਰਦੇ ਸਾਂ ਕਿ ਤੁਰਕ ਆ ਪਏ। ਡਾਢੀ ਕਰੜੀ ਲੜਾਈ ਦੇ ਮਗਰੋਂ ਖਾਲਸਾ ਭੀੜੀ ਜੂਹ ਨੂੰ ਨੱਸ ਗਿਆ। ਮੈਂ ਉਸ ਵੇਲੇ ਘਾਇਲ ਹੋ ਕੇ ਡਿੱਗ ਪਿਆ ਸਾਂ। ਤੁਰਕ ਬਹੁਤ ਮੋਏ ਪਰ ਉਹ ਸਨਗੇ ਬਹੁਤ। ਫਿਰ ਪਤਾ ਨਹੀਂ ਕੀ ਹੋਇਆ। ਇਹ ਸੁਣ ਕੇ ਸਿੰਘਾਂ ਨੇ ਉਸ ਨੂੰ ਇੱਕ ਬਿਰਛ ਦੇ ਛਾਵੇਂ ਲਿਟਾ ਦਿੱਤਾ ਅਰ ਹੋਰ ਜਿਉਂਦਿਆਂ ਦੀ ਭਾਲ ਵਿੱਚ ਲੱਗਾ। ਪਰ ਸਾਰੇ ਸਿੱਖ ਸ਼ਹੀਦਾਂ ਵਿੱਚੋਂ ਇੱਕ ਹੋਰ ਵਿੱਚ ਜਾਨ ਸੀ। ਇਸ ਨੂੰ ਘਾਓ ਤਾਂ ਕੋਈ ਕਰੜਾ ਨਹੀਂ ਸੀ, ਕੇਵਲ ਸੱਟ ਖਾ ਕੇ ਬੇਸੁੱਧ ਹੋ ਗਿਆ ਸੀ। ਇਸ ਨੂੰ ਪਾਣੀ ਆਦਿ ਦੇ ਕੇ ਹੋਸ਼ ਵਿੱਚ ਆਂਦਾ ਤਾਂ ਉਹ ਸਮਾਚਾਰ ਸੁਣਿਆ। ਇਹ ਮਨੁੱਖ ਜਰਾ ਤਕੜਾ ਸੀ ਅਰ ਸਵਾਰੀ ਕਰ ਸਕਦਾ ਸੀ। ਇਸ ਕਰਕੇ ਘੋੜਿਆਂ ਦੀ ਭਾਲ ਕੀਤੀ ਤਾਂ ਦੂਰ ਸਾਰੇ ਇੱਕ ਰੁੱਖ ਨਾਲ ਬੱਧੇ 2 ਘੋੜੇ ਮਿਲ ਗਏ ਜੋ ਸਿੰਘਾਂ ਦੇ ਰਹਿ ਗਏ ਸਨ। ਹੁਣ ਇੱਕ ਸਰਸਰੀ ਗੁਰਮਤ ਹੋਇਆ ਕਿ ਇੱਕ ਘੋੜਾ ਸੁਰਸਤੀ ਨੂੰ ਦਈਏ ਤੇ ਇੱਕ ਦੂਜੇ ਸਿੰਘ ਨੂੰ ਅਰ ਘਾਇਲ ਨੂੰ ਬਲਵੰਤ ਸਿੰਘ ਨਾਲ ਪਾ ਲਵੇ ਤੇ ਰਾਤੋਂ ਰਾਤ ਭੀੜੀ ਜੂਹ ਵਿੱਚ ਚੱਲ ਵੜੀਏ। ਇਹ ਸਲਾਹ ਗਿਣ ਕੇ ਭੈਣ ਨੂੰ ਘੋੜੇ ਤੇ ਸਵਾਰ ਕਰ ਕੂਚ ਦੀ ਤਿਆਰੀ ਕੀਤੀ। ਸੁਰਸਤੀ ਇਸ ਭਰਾ ਕੋਲੋਂ ਸਿੱਖ ਧਰਮ ਦੀਆਂ ਗੱਲਾਂ ਸੁਣ ਕੇ ਪੱਕੀ ਵਿਸ਼ਵਾਸਨ ਹੋ ਗਈ ਸੀ। ਮਾਪਿਆਂ ਤੋਂ ਚੋਰੀ ਪਾਠ ਵੀ ਕਰਦੀ ਹੁੰਦੀ ਸੀ ਤੇ ਇਉਂ ਅੰਦਰਲੀ ਭਾਉਣੀ ਪੱਕੀ ਹੋ ਗਈ ਸੀ। ਨਿਸ਼ਚਾ ਇੱਕ ਅਚਰਜ ਤਾਕਤ ਹੈ। ਜਦ ਕਿਸੇ ਗੱਲ ਪਰ ਬੱਝ ਜਾਏ ਤਾਂ ਪਰਬਤ ਵਾਂਗ ਅਚਲ ਹੋ ਜਾਂਦਾ ਹੈ। ਸੋ ਇਹ 18 ਵਰ੍ਹੇ ਦੀ ਅਣਮਕਲਾਈ ਕੰਨਿਆ ਡਾਢੀ ਧਰਮੀ ਹੋ ਗਈ ਸੀ। ਇਹੋ ਕਾਰਨ ਸੀ ਕਿ ਮੁਗਲ ਨੂੰ ਤ੍ਰੇ ਦੇ ਧੋਖੇ ਪਾਣੀ ਲੈਣ ਘੱਲ ਕੇ ਸੁਰਸਤੀ ਨੇ ਝੱਟ ਹੀ ਇੱਕ ਲੱਕੜਾਂ ਦੇ ਢੇਰ ਪੁਰ ਪੱਛੀਆਂ ਨਾਲ ਇੱਕ ਪਾਸਿਓਂ ਅੱਗ ਲਾਈ ਅਤੇ ਜਪਜੀ ਸਾਹਿਬ ਦਾ ਪਾਠ ਕਰਦੀ ਹੋਈ ਉੱਤੇ ਬੈਠ ਗਈ। ਜਦੋਂ ਕਿ ਉਸਦੇ ਬਹਾਦਰ ਵੀਰ ਨੇ ਉਸਨੂੰ ਆ ਬਚਾਇਆ। ਫਿਰ ਜਦੋਂ ਘਰਦਿਆਂ ਨੇ ਤਰਾਹ ਦਿੱਤੀ ਤਦ ਵੀ ਕੰਨਿਆ ਦਾ ਨਿਸ਼ਚਾ ਨਾ ਫਿਰਿਆ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਚੇਤੇ ਕਰਦੀ ਭਰਾ ਦੇ ਨਾਲ ਚਲੀ ਗਈ। ਜਦ ਉਸ ਮੈਦਾਨ ਵਿੱਚ ਅਪੜੀ ਜਿੱਥੇ ਹੁਣੇ ਹੀ ਸਿੱਖਾਂ ਤੇ ਤੁਰਕਾਂ ਦੀ ਇੱਕ ਛੋਟੀ ਜਿਹੀ ਲੜਾਈ ਹੋ ਕੇ ਹਟੀ ਸੀ ਅਰ ਘਾਇਲ ਸਿੱਖ ਦੇਖੇ ਸੇ ਤਾਂ ਕੰਨਿਆ ਦਾ ਦਿਲ ਜੋਸ਼ ਨਾਲ ਉਛਲ ਪਿਆ ਕਿ ਅਜਿਹੇ ਬਹਾਦਰਾਂ ਦੀ ਸੇਵਾ ਕਰਨ ਨਾਲੋਂ ਜੋ ਧਰਮ ਰੱਖਿਆ ਲਈ ਇਸ ਤਰ੍ਹਾਂ ਜਾਨਾਂ ਤਲੀ ਪੁਰ ਧਰੀ ਫਿਰਦੇ ਹਨ, ਹੋਰ ਕਿਹੜਾ ਕੰਮ ਚੰਗਾ ਹੋਊ। ਫਿਰ ਆਪਣੇ ਭਰਾ ਤੇ ਤਰਸ ਤੇ ਸੂਰਬੀਰਤਾ ਪਰ ਸੋਚ ਫੁਰੀ ਕਿ ਮੇਰਾ ਇਹ ਅੰਮੀ ਜਾਇਆ ਵੀਰ ਕਿੰਨਾ ਚੰਗਾ ਹੋ ਗਿਆ ਹੈ, ਕਿਉਂ ਨਾ ਮੇਰਾ ਮਨ ਵੀ ਏਡਾ ਬਹਾਦਰ ਹੋ ਜਾਵੇ। ਚੰਦਨ ਸੁਗੰਧ ਨਾਲ ਕੁੜੀ ਦਾ ਦਿਲ ਚੰਦਨ ਹੋ ਗਿਆ ਅਰ ਜੀ ਵਿੱਚ ਸੋਚਣ ਲੱਗੀ ਕਿ ਤੀਵੀਆਂ ਧਰਮ ਰੱਖਿਆ ਲਈ ਕਿਉਂ ਜੰਗ ਨਹੀਂ ਕਰਦੀਆਂ। ਜੇ ਨਹੀਂ ਕਰਦੀਆਂ ਤਾਂ ਮੈਂ ਕਿਉਂ ਨਾ ਪਹਿਲੀ ਤੀਵੀ ਹੋਵਾਂ ਜੋ ਭਰਾ ਵਾਂਗੂ ਸੂਰਬੀਰ ਹੋ ਜਾਵਾਂ। ਇਹੋ ਜਿਹੀਆਂ ਵਿਚਾਰਾਂ ਨੇ ਸੁਰਸਤੀ ਨੂੰ ਅੱਜ ਦੇ ਏਡੇ ਭਿਆਨਕ ਹਾਲਾਂ ਵਿੱਚ ਘਾਬਰਨ ਨਾ ਦਿੱਤਾ, ਸਗੋਂ ਉਸਦਾ ਹੌਸਲਾ ਦੂਣਾ ਕਰ ਦਿੱਤਾ ਅਰ ਘੋੜੇ ਪਰ ਇਉਂ ਸਵਾਰ ਹੋ ਗਈ ਕਿ ਮਾਨੋ ਪੱਕੀ ਸਵਾਰ ਹੈ। ਅਰ ਭਰਾ ਨੂੰ ਕਹਿ ਕੇ ਇੱਕ ਮੁਰਦੇ ਦੀ ਤਲਵਾਰ ਵੀ ਲੈ ਗਲੇ ਲਟਕਾ ਲਈਓ। ਸੋ ਗੱਲ ਕੀ ਦੂਜੇ ਘਾਇਲ ਭਰਾਵਾਂ ਨੂੰ ਚੁੱਕਣ ਦੇ ਆਹਰ ਵਿੱਚ ਸਨ ਕਿ ਪਿਛਲੀ ਲਾਂਬੋ ਧੂੜ ਉੱਡਦੀ ਦਿਸੀ ਅਰ ਪਲ ਮਗਰੋਂ ਤੁਰਕ ਸਵਾਰਾਂ ਦਾ ਇੱਕ ਦਸਤਾ ਦਿਸਿਆ। ਗੋਹ ਕਰਕੇ ਦੇਖਣ ਤੋਂ ਪੱਕਾ ਸ਼ੱਕ ਹੋ ਗਿਆ ਕਿ ਉਹ ਮੁਗਲ ਕੰਨਿਆ ਦੇ ਪਿੱਛੇ ਆ ਰਿਹਾ ਹੈ।
ਇਹ ਦੇਖ ਕੇ ਤਿੰਨਾਂ ਦੇ ਘੋੜੇ ਸਿੱਟ ਦਿੱਤੇ। ਹੁਣ ਅਚਰਜ ਮੋਜ ਹੋਈ। ਅੱਗੇ ਅੱਗੇ ਤਿੰਨੇ ਸਿੰਘ ਮਗਰ ਕੋਈ 100 ਕੋ ਤੁਰਕ। 3-4 ਮੀਲ ਤੱਕ ਤਾਂ ਘੋੜੇ ਉੱਡੇ, ਪਰ ਇੱਥੇ ਅਪੜ ਕੇ ਸ਼ੇਰ ਸਿੰਘ ਦਾ ਘੋੜਾ ਨਹੁੰ ਖਾ ਕੇ ਡਿੱਗ ਪਿਆ। ਉਹਦੇ ਡਿੱਗਣ ਦੀ ਢਿੱਲ ਸੀ ਕਿ ਬਾਕੀ ਦੋਵੇਂ ਵੀ ਅਟਕ ਗਏ। ਇੰਨੇ ਨੂੰ ਤੁਰਕ ਵੀ ਪਹੁੰਚ ਗਏ। ਥੋੜਾ ਚਿਰ ਤਲਵਾਰ ਚੱਲੀ। 8-10 ਤੁਰਕ ਡਿੱਗੇ। ਹਾਕਮ ਵੀ ਜ਼ਖਮੀ ਹੋਇਆ। ਸ਼ੇਰ ਸਿੰਘ ਮਾਰਿਆ ਗਿਆ। ਸੁਰਸਤੀ ਤੇ ਬਲਵੰਤ ਸਿੰਘ ਨੂੰ ਵੀ ਕੁਝ ਕੁ ਘਾਉ ਲੱਗੇ, ਪਰ ਉਹਨਾਂ ਦੇ ਘੋੜੇ ਫੱਟ ਖਾ ਕੇ ਡਿੱਗ ਪਏ ਅਰ ਦੋਵੇਂ ਭੈਣ ਭਰਾ ਬੰਦੀ ਵਿੱਚ ਪੈ ਗਏ ਤੇ ਤੁਰਕਾਂ ਦੇ ਜੱਥੇ ਦੇ ਪਹਿਰੇ ਵਿੱਚ ਕਸ਼ਟ ਭੋਗਣ ਲਈ ਪਿਛਲੇ ਪੈਰੀ ਮੋੜੇ ਗਏ।